ਟਾਈਮ ਨਿਊਜ਼ 24 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਅੱਜ ਅਸੀਂ ਤਰਨਤਾਰਨ ਦੇ ਇੱਕ ਸਿਆਸੀ ਲੀਡਰ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਜਿਨ੍ਹਾਂ ਦਾ ਨਾਮ ਮੇਜਰ ਸਿੰਘ ਗਿੱਲ ਹੈ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਜੋ ਪੰਜਾਬ ਦੇ ਮਾਹੌਲ ਜਿਸ ਤਰ੍ਹਾਂ ਸਿਆਸਤ ਭਖੀ ਹੋਈ ਆ, ਚੋਣ ਜਾਬਤਾ ਲੱਗਣ ਵਾਲਾ ਵਾ ਤੇ 2022 ਦੀਆਂ ਇਲੈਕਸ਼ਨਾਂ ਜਿਹੜੀਆਂ ਸਿਰ ਤੇ ਆਈਆਂ ਹੋਈਆਂ ਹਨ, ਉਸ ਸੰਬੰਧੀ ਅਸੀਂ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਹਾਂ। ਮੇਜਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ। ਪੱਤਰਕਾਰਾਂ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਜਿਹੜੇ ਇਮਾਨਦਾਰ ਪੱਤਰਕਾਰ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਦੂਜੇ ਪੱਤਰਕਾਰਾਂ ਦਾ ਅਸੀਂ ਧੰਨਵਾਦ ਨਹੀਂ ਕਰਦੇ। ਜਿਹੜੇ ਗੋਦੀ ਮੀਡੀਆ ਉਹਨਾਂ ਦਾ ਕੋਈ ਧੰਨਵਾਦ ਨਹੀਂ ਕਰਦੇ। ਤੇ ਸਾਡੇ ਸੋਸ਼ਲ ਮੀਡੀਆ ਦੇ ਜਿੰਨੇ ਪੱਤਰਕਾਰ ਹੈ ਸਾਰਿਆਂ ਦਾ ਧੰਨਵਾਦ ਜੀ ਹੈ। ਮੇਜਰ ਸਿੰਘ ਜੀ, ਤੁਸੀਂ ਵੀ ਕਿਸਾਨ ਹੋ ਤੇ ਕਿਸਾਨ ਜਿਹੜੇ ਦਿੱਲੀ ਤੋਂ ਬਹੁਤ ਵੱਡੀ ਜਿੱਤ ਪ੍ਰਾਪਤ ਕਰਕੇ ਆਪਣੇ ਘਰਾਂ ਨੂੰ ਵਾਪਸ ਹੋਏ ਨੇ, ਇਸ ਸੰਬੰਧੀ ਕਿਸਾਨਾਂ ਨੂੰ ਕੀ ਕਹਿਣਾ? ਵੇਖੋ ਜੀ, ਸਾਡਾ ਪੰਜਾਬ ਦੁਬਾਰ ਤੋਂ ਆਜ਼ਾਦ ਹੋਇਆ। ਜੇ ਕਿਸਾਨ ਇੱਕ ਮੁੱਠ ਨਾ ਹੁੰਦੇ ਤੇ ਸਾਡਾ ਫੇਰ ਜਿਵੇਂ ਅੰਗਰੇਜ਼ਾਂ ਦੇ ਟਾਈਮ ਤੇ ਸਾਡਾ ਦੇਸ਼ ਗੁਲਾਮ ਸੀ ਨਾ, ਹੁਣ ਵੀ ਸਾਡਾ ਦੇਸ਼ ਫੇਰ ਦੁਬਾਰ ਤੋਂ ਗੁਲਾਮ ਹੋ ਜਾਣਾ ਸੀ। ਕਿਸਾਨਾਂ ਦਾ ਏਕਾ ਹੋਣ ਦੇ ਕਾਰਨ ਹੀ ਇਕੱਠ ਇਹਨਾਂ ਕੀਤਾ, ਏਕਾ ਕੀਤਾ ਤੇ ਤਾਂ ਹੀ ਸਾਡਾ ਪੰਜਾਬ ਦੁਆਰੇ ਯਾਦ ਹੋਇਆ, ਦੇਸ਼ ਦੁਆਰੇ ਯਾਦ ਹੋਇਆ। ਤੇ ਇਹਨਾਂ ਕਿਸਾਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਅਸੀਂ ਸਾਰੇ ਕਿਸਾਨ ਆ ਤੇ ਇਹ ਸਾਡੇ ਕਿਸਾਨਾਂ ਨੂੰ, ਵੀਰਾਂ ਨੂੰ ਦਿਨ ਰਾਤ ਇਹਨਾਂ ਇੱਕ ਕੀਤੀ ਆ। ਉੱਥੇ ਠੰਡ ਦੇ ਵਿੱਚ ਰਹਿਣਾ ਬਹੁਤ ਔਖਾ, ਮੀਂਹ ਦੇ ਵਿੱਚ ਰਹੇ ਆ, ਗਰਮੀ 'ਚ ਰਹੇ ਆ, ਸਿਆਲ ਦੀ ਠੰਡ 'ਚ ਰਹੇ ਆ। ਇੱਕ ਲੋਕਾਂ ਨੂੰ ਜਾਗਰੂਕ ਕੀਤਾ ਤੇ ਸਾਡਾ ਇਹਨਾਂ ਨੇ ਬਹੁਤ ਜ਼ਿਆਦਾ ਪਬਲਿਕ ਦਾ, ਗਰੀਬ ਦਾ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ। ਜੇ ਕਿਸਾਨੀ ਖਤਮ ਹੋ ਜਾਂਦੀ ਤੇ ਗਰੀਬੀ ਬਹੁਤ ਜ਼ਿਆਦਾ ਹੋ ਜਾਣੀ ਸੀ ਤੇ ਦੁਨੀਆ ਤੇ ਬਹੁਤ ਬੁਰਾ ਹਾਲ ਹੋਣਾ ਸੀ। ਜਿੱਥੇ ਕਿਸਾਨ ਅੱਜ ਪਿੰਡ ਪਿੰਡ ਖੁਸ਼ੀਆਂ ਮਨਾ ਰਹੇ ਆ, ਲੱਡੂ ਵੰਡ ਰਹੇ ਨੇ, ਢੋਲ ਢਮੱਕੇ ਹੋ ਰਹੇ ਨੇ, ਉੱਥੇ ਹੀ ਤੁਹਾਡੇ ਕਿਸਾਨ ਜਿਹੜੇ ਆਪਣੇ 750 ਤੋਂ ਉੱਪਰ ਸ਼ਹੀਦੀਆਂ ਵੀ ਪਾ ਚੁੱਕੇ ਨੇ, ਉਸ ਸੰਬੰਧੀ ਤੁਸੀਂ ਕੀ ਸ਼ਰਧਾ ਦੇ ਫੁੱਲ ਭੇਟ ਕਰਦੇ ਹੋ? ਵੇਖੋ ਜੀ, ਕਿਸਾਨਾਂ ਨੇ ਜਿਵੇਂ ਪਹਿਲਾਂ ਸ਼ਹੀਦੀਆਂ ਅੰਗਰੇਜ਼ਾਂ ਦੇ ਟਾਈਮ ਤੇ ਸਾਡੇ ਲੋਕਾਂ ਨੇ ਪਾਈਆਂ ਸੀ ਨਾ, ਉਸ ਤਰ੍ਹਾਂ ਹੀ ਹੁਣ ਉਸੇ ਤਰ੍ਹਾਂ ਨਵੀਂ ਲਹਿਰ ਚੱਲੀ ਸੀ। ਜੇ ਸ਼ਹੀਦੀਆਂ ਨਾ ਪਾਉਂਦੇ ਤੇ ਕਿਹੜਾ ਮੋਦੀ ਹੀ, ਮੋਦੀ ਨੇ ਲੋਕਾਂ ਦਾ ਗਰੀਬੀ ਦੇ ਵਿੱਚ, ਜਿਵੇਂ ਅਫਗਾਨਿਸਤਾਨ ਦੇ ਵਿੱਚ ਬੁਰਾ ਹਾਲ ਆ ਨਾ, ਉਸ ਤਰ੍ਹਾਂ ਹੀ ਸਾਡੇ ਦੇਸ਼ ਦੇ ਵਿੱਚ ਕਹਿੰਦੇ ਰਾਜਾ ਰਾਜ ਸ਼ੁਰੂ ਕਰਨ ਲੱਗਾ ਸੀ, ਪਰ ਕਿਸਾਨਾਂ ਨੇ ਤਾਂ ਰਾਜਾ ਰਾਜ ਨਹੀਂ ਸ਼ੁਰੂ ਕਰਨ ਦਿੱਤਾ। ਜਿਸ ਤਰ੍ਹਾਂ ਹੁਣ 2026 ਦੀਆਂ 22 ਦੀਆਂ ਇਲੈਕਸ਼ਨਾਂ ਸਿਰ ਤੇ ਆ ਗਈਆਂ ਨੇ ਤੇ ਚੋਣ ਅਖਾੜਾ ਪੂਰੀ ਤਰ੍ਹਾਂ ਮੱਗ ਚੁੱਕਾ, ਕਿਸ ਤਰ੍ਹਾਂ ਦਾ ਇਸ ਟਾਈਮ ਮਾਹੌਲ ਚੱਲਦਾ ਪਿਆ ਜੀ ਸਿਆਸਤ ਦਾ? ਵੇਖੋ ਜੀ, ਮਾਹੌਲ ਰਾਜਨੀਤੀ ਸਭ ਤੋਂ ਮਾੜੀ ਪੰਜਾਬ ਦੇ ਵਿੱਚ ਹੋ ਗਈ ਆ। ਇਹਦੇ ਵਿੱਚ ਗੁੰਡਾਗਰਦੀ ਬਹੁਤ ਜ਼ਿਆਦਾ ਵੱਧਦੀ ਜਾਂਦੀ ਆ ਤੇ ਪਾਰਟੀਆਂ ਵੱਧ ਤੋਂ ਵੱਧ ਗੁੰਡਾਗਰਦੀ ਦੇ ਕਾਰਨ ਆਪਦਾ ਜ਼ੋਰ ਪਾਉਣਾ ਚਾਹੁੰਦੀ। ਮੈਂ ਤੇ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਵੀ ਇਹ ਗੁੰਡਾਗਰਦੀ ਰੋਕੀ ਜਾਵੇ ਤੇ ਸ਼ਾਂਤੀ ਇਮਾਨਦਾਰੀ ਨਾਲ ਵੋਟਾਂ ਪੈਣ ਤੇ ਇਲੈਕਸ਼ਨ ਹੋਵੇਗਾ ਆਉਣ ਵਾਲੇ ਟਾਈਮ ਦੇ ਵਿੱਚ। ਜਿਸ ਤਰ੍ਹਾਂ ਆਪਣੇ ਕੈਪਟਨ ਸਾਹਿਬ ਦੀ ਗੱਲ ਕਰੀਏ ਤੇ ਕੈਪਟਨ ਸਾਹਿਬ ਨੇ ਆਪਣਾ ਕਾਂਗਰਸ ਪਾਰਟੀ ਬਦਲ ਕੇ ਪੰਜਾਬ ਲੋਕ ਕਾਂਗਰਸ ਪਾਰਟੀ ਜਿਹੜੀ ਹੈ ਤਿਆਰ ਕਰ ਲਈ ਆ ਤੇ ਹੁਣ ਉਹ ਬੀਜੇਪੀ ਨਾਲ ਜੁੜ ਕਰਨਾ ਚਾਹੁੰਦੇ ਨੇ। ਕੀ ਉਹ ਕਾਮਯਾਬ ਹੋਏ? ਵੇਖੋ ਜੀ, ਕੈਪਟਨ ਸਾਹਿਬ ਦਾ ਤੇ ਕੋਈ ਦੀਨਮਾਨ ਹੀ ਨਹੀਂ ਨਾ ਰਹਿ ਗਿਆ। ਕੈਪਟਨ ਸਾਹਿਬ ਦਾ ਕੋਈ ਦੀਨਮਾਨ ਹੁੰਦਾ ਤੇ ਤਾਂ ਹੀ ਆ। ਜਿਹੜਾ ਬੰਦਾ ਝੂਠੀ ਸਹੁੰ ਖਾ ਲੈਂਦਾ ਉਹਦਾ ਦੀਨਮਾਨ ਹੀ ਨਹੀਂ ਹੈਗਾ ਕੋਈ। ਇਹ ਤੇ ਮੋਦੀ ਨਾਲ ਪਹਿਲਾਂ ਵੀ ਇਹਦੇ ਸੰਬੰਧ ਹੈਗੇ ਸੀ, ਹੁਣ ਵੀ ਇਹ ਮੋਦੀ ਨਾਲ ਪੂਰੇ ਸੰਬੰਧ ਬਣਾਉਣ ਡਿਆ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਜਦੋਂ ਵੀ ਕੋਈ ਵੀ ਲੀਡਰ ਆ, ਕਿਸੇ ਵੀ ਪਾਰਟੀ ਦਾ ਲੀਡਰ ਆ, ਜਦੋਂ ਵਾਅਦੇ ਪੂਰੇ ਕਰਦਾ ਨਾ, ਜੇ ਲੋਕਾਂ ਦੇ ਵਾਅਦੇ ਨਹੀਂ ਪੂਰੇ ਹੁੰਦੇ, ਇਹ ਲੋਕਾਂ ਨੂੰ ਗੁੰਮਰਾਹ ਕਰਦਾ। ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ। ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਜਿਹੜੇ ਲੋਕ ਲੈਣ ਦੇ, ਇਹਨਾਂ ਤੇ ਪਰਚਾ ਜਿੰਨਾ ਚਿਰ ਦਰਜ ਨਾ ਹੋਇਆ, ਇਹਨਾਂ ਝੂਠੇ ਵਾਅਦੇ ਕਰਨੇ ਸ਼ੁਰੂ ਕਰ ਦਿੱਤੇ ਆ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਆ ਤੇ ਇਹਨਾਂ ਦੇ ਮਗਰ ਨਹੀਂ ਲੱਗਣਾ। ਇਹਨਾਂ ਨੂੰ ਆਖੋ ਵੀ ਲਿਖਤੀ ਰੂਪ ਦੇ ਵਿੱਚ ਲੋਕਾਂ ਨੂੰ ਦੇਣ ਤੇ ਹਲਫੀਆ ਬਿਆਨ ਦੁਨੀਆ ਦੇ ਦੇਣ। ਜੇ ਇਹਨਾਂ ਦੇ ਵਾਅਦੇ ਨਾ ਪੂਰੇ ਹੋਣ ਤੇ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇ ਤੇ ਇਹਨਾਂ ਨੂੰ ਰਾਜਨੀਤੀ ਤੋਂ ਲਾਹਿਆ ਜਾਵੇ। ਹੁਣ ਜਿਸ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਲੋਕਾਂ ਨਾਲ ਵਾਅਦੇ ਕੀਤੇ ਜਾ ਰਹੇ ਨੇ ਤੇ ਹੋਰ ਜਿਸ ਤਰ੍ਹਾਂ ਕੱਚੇ ਮਾਲਾਂ ਨੂੰ ਪੱਕੇ ਕਰਨ ਦੇ ਵਾਅਦੇ ਕੀਤੇ ਜਾ ਰਹੇ ਤੇ ਹੋਰ ਵੀ ਸਹੂਲਤਾਂ ਵੱਧ ਗਈਆਂ, ਉਸ ਸੰਬੰਧੀ ਕੀ ਕਹਿਣਾ ਚਾਹੁੰਦੇ? ਵੇਖੋ ਜੀ, ਚਰਨਜੀਤ ਚੰਨੀ ਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਸੀ ਮੈਂ ਮੁੱਖ ਮੰਤਰੀ ਬਣ ਜਾਣਾ। ਸਿਰਫ ਇਹਨਾਂ ਨੂੰ ਅੱਗੇ ਲਾਇਆ ਗਿਆ ਹੈ, ਇਹਨਾਂ ਨੂੰ ਇੱਕ ਪੁਤਲਾ ਤਿਆਰ ਕੀਤਾ ਗਿਆ ਵੀ ਵਾਅਦੇ ਤੇ ਵਾਅਦਾ ਕਰੀ ਜਾਣ ਡਿਆ। ਜੇ ਕੱਲ੍ਹ ਨੂੰ ਇਹਨੇ ਮੁੱਖ ਮੰਤਰੀ ਦੇ ਬਣਨਾ ਨਹੀਂ ਗਾ, ਕਿਹੜੇ ਸਿੱਧੂ ਹੋਣੀ ਆ, ਰੰਧਾਵੇ ਹੋਣੀ, ਇਹਨੂੰ ਮੁੱਖ ਮੰਤਰੀ ਨਹੀਂ ਬਣ ਦੇਣਾ ਉਹਨਾਂ। ਇਹ ਤਾਂ ਸਿਰਫ ਇੱਕ 17 ਦਿਨਾਂ ਵਾਸਤੇ
ਇੱਕ ਪੁਤਲਾ ਤਿਆਰ ਕਰਕੇ ਪੰਜਾਬ ਦੇ ਵਿੱਚ ਲਿਆਂਦਾ ਵੀ ਕੱਲ ਨੂੰ ਜੇ 90% ਇਹਨਾਂ ਦੀ ਸਰਕਾਰ ਨਹੀਂ ਆਉਣੀ, 90% ਸਰਕਾਰ ਨਹੀਂ ਆਉਂਦੀ, ਜੇ ਕਿਤੇ ਸਰਕਾਰ ਆ ਵੀ ਗਈ ਤਾਂ ਜਿਵੇਂ ਕੈਪਟਨ ਸਾਹਿਬ ਭੱਜ ਗਏ ਇਸ ਤਰ੍ਹਾਂ ਹੀ ਚੰਨੀ ਸਾਹਿਬ ਨੇ ਭੱਜ ਜਾਣਾ। ਉਹਨਾਂ ਨੇ ਆਖਣਾ ਅਸੀਂ ਤਾਂ ਵਾਅਦਾ ਕੀਤਾ ਹੀ ਨਹੀਂ, ਚੰਨੀ ਸਾਹਿਬ ਨੇ ਕੀਤੇ ਸੀ, ਚੰਨੀ ਸਾਹਿਬ ਤੇ ਆ ਵਿਚਾਰੇ ਲੱਥ ਗਏ ਮੁੱਖ ਮੰਤਰੀ ਤੋਂ ਪਹਿਲ ਪੈ ਜਾਂਦੀਆਂ ਤੇ 117 ਦੀਆਂ 117 ਹੀ ਆਮ ਪਾਰਟੀ ਨੇ ਸੀਟਾਂ ਲੈ ਜਾਣੀਆਂ ਸੀ। ਪਰ ਹੁਣ ਵੀ ਘੱਟ ਸੋ ਘੱਟ ਵੀ 70-75 ਸੀਟਾਂ ਦੇ ਤਕਰੀਬਨ ਆਮ ਪਾਰਟੀ ਲਈ ਜਾਊਗੀ। ਕੇਜਰੀਵਾਲ ਸਾਹਿਬ ਦਾ ਨਾ ਇਹ ਨਾ ਸੋਚੋ ਵੀ ਉਹ ਹਿੰਦੂ ਆ ਜਾਂ ਕੁਛ ਵੀ ਆ, ਪਰ ਉਹਨਾਂ ਦੀ ਸੋਚ ਵੇਖੋ ਕਿੱਡੀ ਵਧੀਆ। ਸਾਡੇ ਲੋਕ ਵੇਖੋ ਪੰਜਾਬ ਵਿੱਚ ਕਿੰਨਾ ਕੈਮੀਕਲ ਵਿਗਣ ਡਿਆ, ਕਿੰਨੇ ਨਕਲੀ ਦੁੱਧ ਵਿਗਣ ਡਿਆ। ਸਾਡਾ ਕੋਈ ਸਿਹਤ ਵਿਭਾਗ, ਕੋਈ ਸਾਡਾ ਮੰਤਰੀ ਨਹੀਂ ਬੋਲਦਾ, ਕੋਈ ਮੁੱਖ ਮੰਤਰੀ ਨਹੀਂ ਬੋਲਦਾ। ਲੋਕ ਜ਼ਹਿਰ ਵੇਚਣ ਡਏ ਆ, ਲੋਕੀ ਜ਼ਹਿਰ ਖਾਣ ਡਏ ਆ, ਪਰ ਲੋਕ ਵੀ ਗੂੰਗੇ ਹੋ ਗਏ, ਕੋਈ ਬੋਲਣ ਨਹੀਂ ਡਿਆ। ਅਗਲਾ ਕਹਿੰਦਾ ਜੇ ਉਹ ਮਰ ਜੂਗਾ ਤੇ ਸਾਡਾ ਕੀ ਆ, ਮਰ ਕੱਲ ਨੂੰ ਅਸੀਂ ਵੀ ਜਾਣਾ, ਜ਼ਹਿਰ ਖਾ ਕੇ ਰਹਿਣਾ ਕੁਛ ਨਹੀਂ। ਜੇ ਤੁਸੀਂ ਅੱਜ ਆਵਾਜ਼ ਨਾ ਚੁੱਕੀ, ਅੱਜ ਜਿੰਨੀਆਂ ਕੈਮੀਕਲ ਵਿਗਣ ਡਏ ਆ ਤੇ ਲੋਕਾਂ ਦਾ ਰਹਿਣਾ ਕੱਖ ਨਹੀਂ। ਜੇ ਤੁਹਾਨੂੰ ਮੈਂ ਇੱਕ ਗੱਲ ਕਹਿਣ ਡਿਆ, ਜਿਸ ਤਰ੍ਹਾਂ ਦੇਖਣ 'ਚ ਆਇਆ ਕਿ ਆਮ ਆਦਮੀ ਪਾਰਟੀ ਦਾ ਤੁਸੀਂ ਲੰਬੇ ਸਮੇਂ ਤੋਂ ਸਾਥ ਦੇ ਰਹੇ ਜੇ, ਤੇ ਹੁਣ ਕੁਝ ਦਿਨਾਂ ਤੋਂ ਜਾਂ ਕੁਝ ਹਫ਼ਤਿਆਂ ਤੋਂ ਤੁਸੀਂ ਐਕਟੀਵਿਟੀਆਂ ਆਮ ਪਾਰਟੀ ਤੋਂ ਘਟਾਤੀਆਂ, ਕੀ ਗੱਲ? ਵੇਖੋ ਜੀ, ਮੈਂ ਥੋੜ੍ਹਾ ਜਿਹਾ ਸਰੀਰ ਨਹੀਂ ਸੀ ਠੀਕ ਆ, ਸਰੀਰ ਨਾ ਹੁਣ ਠੀਕ ਕਰਕੇ ਮੈਂ ਕੁਝ ਰੈਸਟ ਕਰਨ ਡਿਆ। ਤੇ ਕਈ ਵਾਰ ਮੈਂ ਆਮ ਲੋਕਾਂ ਦੇ ਵਿੱਚ ਮਿਲਦਾ, ਮੈਂ ਵਿਚਰਦਾ, ਲੋਕਾਂ ਨੂੰ ਮੈਂ ਇਹੋ ਕਹਿਣ ਡਿਆ ਵੀ ਜਿਹਦੀ ਸੋਚ ਚੰਗੀ ਆ ਉਹਨੂੰ ਵੋਟ ਪਾਓ। ਦੂਜੇ ਬੰਦੇ ਨੂੰ ਆਪਾਂ ਵੋਟਾਂ ਬਹੁਤ ਪਾ ਕੇ ਵੇਖ ਲਈਆਂ, ਇੱਕ ਮੌਕਾ ਇਹਨਾਂ ਨੂੰ ਦਈਏ, ਇੱਕ ਮੌਕਾ ਦੇਵਾਂਗੇ ਤੇ ਫਿਰ ਹੀ ਸਾਨੂੰ ਇਹ ਪਾਰਟੀ ਬਾਰੇ ਪਤਾ ਲੱਗੂਗਾ। ਦੂਜੀ ਇਹ ਸਾਡੀ ਪਾਰਟੀ ਦੇ ਵਿੱਚ ਨਾ ਕੁਛ ਸਾਡੇ ਬੰਦੇ, ਜੇ ਅਸੀਂ ਡਾਕਟਰ ਸੋਹਲ ਕੋਲ ਜਾ ਕੇ ਬਹਿ ਜਾਈਏ ਤੇ ਦੂਜਿਆਂ ਨੂੰ ਮਹਿਸੂਸ ਹੋਣ ਲੱਗ ਜਾਂਦਾ ਵੀ ਉਹ ਸੋਹਲ ਸਾਹਿਬ ਨਾਲ ਚਲੇ ਗਏ ਆ। ਜੇ ਗੁਰਦੇਵ ਸੰਧੂ ਕੋਲ ਬਹਿ ਜਾਈਏ ਤਾਂ ਉਹਨਾਂ ਨੂੰ ਇਹ ਹੋ ਜਾਂਦਾ ਕਿ ਗੁਰਦੇਵ ਸੰਧੂ ਕੋਲ ਚਲੇ ਗਏ ਆ। ਜੇ ਮਜੈਲ ਸਾਹਿਬ ਕੋਲ ਬਹਿ ਜਾਈਏ, ਇਹਨਾਂ ਦੋਵਾਂ ਨੂੰ ਹੁੰਦਾ ਵੀ ਉਹਦੇ ਨਾਲ ਰਲ ਗਏ। ਵੇਖੋ ਜੀ, ਅਸੀਂ ਤਾਂ ਇੱਕ ਪਾਰਟੀ ਦੇ ਮਗਰ ਆ, ਅਸੀਂ ਕਿਸੇ ਬੰਦੇ ਮਗਰ ਨਹੀਂ ਤੁਰਦੇ, ਅਸੀਂ ਪਾਰਟੀ ਦੇ ਮਗਰ ਤੁਰਨਾ। ਜਿਹਨੂੰ ਵੀ ਟਿਕਟ ਮਿਲ ਜੂਗੀ ਅਸੀਂ ਆਪਦਾ ਤਨੋ ਮਨ ਹੋ ਗਈ ਜ਼ੋਰ ਲਾਵਾਂਗੇ ਤੇ ਪਾਰਟੀ ਨੂੰ 90% 95% ਜਿਤਾਵਾਂਗੇ। ਕਈਆਂ ਦੇ ਦਿਲਾਂ ਦੇ ਵਿੱਚ ਇਹ ਵੀ ਹੈਗਾ ਕਿ ਮੇਜਰ ਸਾਹਿਬ ਅਕਾਲੀ ਦਲ ਨਾਲ ਦਾ ਹੱਥ ਫੜਨਾ ਚਾਹੁੰਦੇ ਨੇ, ਕੋਈ ਇਹ ਗੱਲ ਸੱਚਾਈ? ਨਹੀਂ ਜੀ, ਇਹਦੇ ਵੇਖੋ ਫੋਕੇ ਵਾੜੇ ਡਾਉਣ ਡਏ ਆ। ਵੇਖੋ ਵਾਗ ਵੀ ਤੇ ਸਾਰਿਆਂ ਨਾਲ ਹੁੰਦੇ, ਪੁਰਾਣੇ ਤਰ ਸਾਰੇ ਲੋਕ ਜਾਣਦੇ ਆ, ਪਹਿਲੇ ਲੀਡਰ ਵੀ ਜਾਣਦੇ ਆ, ਕਾਂਗਰਸੀ ਵੀ ਜਾਣਦੇ ਆ, ਅਕਾਲੀ ਵੀ ਜਾਣਦੇ ਆ। ਇਹ ਲੋਕ ਨਾ ਗਲਤ ਹਵਾ ਡਾਉਣ ਡਏ ਆ। ਜਿਵੇਂ ਲੋਕੀ ਕਹਿ ਦਿੰਦੇ ਵੀ ਫਲਾਣਾ ਉੱਧਰ ਚਲਾ ਗਿਆ, ਉੱਧਰ ਚਲਾ ਗਿਆ। ਕੋਈ ਬੰਦਾ ਸਬੂਤ ਤੇ ਕਰਾਵੇ, ਕਿਸੇ ਤਰ੍ਹਾਂ ਸਬੂਤ ਹੋਵੇ। ਮਿਲਣ ਨੂੰ ਤੇ ਹਰ ਇੱਕ ਲੀਡਰ ਹੀ ਕਹਿੰਦਾ ਮੈਂ ਤੈਨੂੰ ਮਿਲਣਾ। ਅਸੀਂ ਘਰੇ ਕੋਈ ਆਉਣ ਵਾਸਤੇ ਕਹਿਣ ਡਿਆ ਵੀ ਤੇਰੇ ਘਰੇ ਆਉਣਾ ਹੈ, ਘਰੇ ਤੇ ਦੁਸ਼ਮਣ ਵੀ ਆ ਜੇ। ਉਹ ਬਣ ਗਿਆ IPS ਅਫਸਰ ਬਣ ਗਏ ਆ, ਉਹ ਟੀਚਰ ਵਿਚਾਰੇ ਟੀਚਰ ਰਹਿ ਗਏ, ਟੀਚਰ ਹੁਣ ਡੰਡੇ ਖਾਣ ਨੂੰ ਰਹਿ ਗਏ ਆ। ਇਹਨਾਂ ਅਫਸਰਾਂ ਨੂੰ ਚਾਹੀਦਾ ਵੀ ਇਹਨਾਂ ਟੀਚਰਾਂ ਤੋਂ ਅਸੀਂ ਪੜ੍ਹ ਕੇ ਆਏ ਆ, ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ। ਇਹ ਲੀਡਰਾਂ ਦਾ ਕੀ ਹੈ, ਇਹ ਤੇ ਹੋਰ ਮਹੀਨੇ 2 ਮਹੀਨੇ ਵਾਸਤੇ ਆ। ਟੀਚਰਾਂ ਨੂੰ ਨਹੀਂ ਇਹੋ ਜਿਹਾ ਮਾੜੀ ਹਰਕਤ, ਡੰਡਾ ਨਹੀਂ ਮਾਰਨਾ ਚਾਹੀਦਾ। ਇਹ ਸਾਡੇ ਗੁਰੂ ਆ ਟੀਚਰ ਵੀ ਇੱਕ। ਜਿਸ ਤਰ੍ਹਾਂ ਦੇਖਣ 'ਚ ਹੁੰਦਾ ਜੀ, ਚੌਂਕੀਆਂ ਦੇ ਵਿੱਚ ਇਨਸਾਫ ਨਹੀਂ ਮਿਲਦਾ, ਥਾਣਿਆਂ ਵਿੱਚ ਇਨਸਾਫ ਨਹੀਂ ਮਿਲਦਾ ਲੋਕਾਂ ਨੂੰ ਹਾਰ ਕੇ SSP ਦਾ ਦਰਵਾਜ਼ਾ ਖੜਕਾਉਣਾ ਪੈਂਦਾ। ਕੀ ਗੱਲ, ਚੌਂਕੀਆਂ ਥਾਣੇ ਵਿੱਚ ਇਨਸਾਫ ਕਿਉਂ ਨਹੀਂ ਮਿਲਦਾ ਲੋਕਾਂ ਨੂੰ? ਵੇਖੋ ਜੀ, ਇਹ ਤੇ SSP ਸਾਹਿਬ ਜਿਹੜੇ ਆ ਨਾ ਸਾਡੇ, ਉਹ ਜ਼ਿਲ੍ਹੇ ਦੇ ਮਾਲਕ ਆ। ਇਹਨਾਂ ਦਾ ਫਰਜ਼ ਬਣਦਾ ਹੈ ਉਹਨਾਂ ਨੂੰ ਸਾਰੇ SHO ਨੂੰ ਇਕੱਠੇ ਕਰਕੇ, ਡਿਪਟੀ ਸਾਹਿਬ ਜਿੰਨੇ ਲੱਗੇ ਆ, SP ਸਾਹਿਬ, ਇਹਨਾਂ ਦੀ ਮੀਟਿੰਗ ਕਰਨੀ ਚਾਹੀਦੀ ਆ ਵੀ ਸਾਡੇ ਤੱਕ ਕਿਉਂ ਨੌਬਤ ਪਹੁੰਚਦੀ ਆ, ਵੀ ਸਾਡੇ ਤੱਕ ਲੋਕ ਕਿਉਂ ਪਹੁੰਚਦੇ ਆ। ਥਾਣਿਆਂ 'ਚ ਇਨਸਾਫ ਨਹੀਂ ਮਿਲਦਾ, ਉਹਨਾਂ ਦਾ ਫਰਜ਼ ਬਣਦਾ ਵੀ ਸਾਡੇ ਕੋਲ ਬਾਅਦ 'ਚ ਆਓ, ਪਹਿਲਾਂ ਥਾਣੇ ਦਰਖਾਸਤ ਦਿਓ। ਜੇ ਥਾਣੇ ਨਹੀਂ ਤੁਹਾਡੀ ਸੁਣਵਾਈ ਹੁੰਦੀ ਤਾਂ ਫਿਰ SSP ਸਾਹਿਬ ਕੋਲ ਜਾਓ। ਇਹ ਸਿੱਧੇ ਲੋਕ SSP ਸਾਹਿਬ ਕੋਲ ਜਾਂਦੇ ਆ ਤੇ ਕਦੀ SSP ਸਾਹਿਬ ਨੇ ਪਬਲਿਕ ਨੂੰ ਇਹ ਗੱਲ ਨਹੀਂ ਪੁੱਛੀ ਵੀ ਤੁਹਾਨੂੰ ਥਾਣੇ 'ਚ ਇਨਸਾਫ ਕਿਉਂ ਨਹੀਂ ਮਿਲਿਆ। SHO ਨੂੰ ਸੱਦਿਆ ਜਾਵੇ ਵੀ ਤੂੰ ਇਹਨਾਂ ਨੂੰ ਇਨਸਾਫ ਕਿਉਂ ਨਹੀਂ ਦਿੱਤਾ, ਮੇਰੇ ਤੱਕ ਕਿਉਂ ਪਹੁੰਚਿਆ। SSP ਸਾਹਿਬ ਇਹਦੇ 'ਤੇ ਬਿਲਕੁਲ ਵਿਚਾਰ ਨਹੀਂ ਕਰਦੇ। ਉਹਨਾਂ ਕੋਲ ਲੋਕ ਦਰਖਾਸਤ ਲੈ ਕੇ ਤੁਰੇ ਜਾਂਦੇ ਆ, ਉਹ ਸਾਈਨ ਮਾਰ ਕੇ ਗਾਂਹ ਭੇਜੀ ਜਾਂਦੇ ਆ, ਗਾਂਹ ਕੋਈ ਥਾਣੇ 'ਚ ਇਨਸਾਫ ਨਹੀਂ ਮਿਲਦਾ। ਲੋਕ ਵਿਚਾਰੇ ਇੰਨੇ ਪਰੇਸ਼ਾਨ ਆ। ਸਰਕਾਰੀ ਦਫ਼ਤਰਾਂ 'ਚ, ਤਹਿਸੀਲਾਂ 'ਚ, DC ਦਫ਼ਤਰਾਂ 'ਚ ਲੋਕ ਧੱਕੇ ਖਾਣ ਡੇ ਆ ਤੇ ਲੀਡਰ ਆਖੀ ਜਾਂਦੇ ਸਾਨੂੰ ਵੋਟਾਂ ਪਾਓ।
ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕਿ ਸਾਡਾ ਜਿਹੜਾ ਪ੍ਰਸ਼ਾਸਨ ਆ ਉਹ ਸਿਆਸਤ ਦੀ ਹੱਥੀ ਵਿਕ ਚੁੱਕਾ? ਵੇਖੋ ਜੀ, ਐਮਐਲਏ ਦਾ ਕੰਮ ਇੱਕ ਆ। ਐਮਐਲਏ ਦਾ ਫਰਜ਼ ਬਣਦਾ ਅਫਸਰਾਂ ਨੂੰ ਇਕੱਠਿਆਂ ਕਰਕੇ ਮੀਟਿੰਗ ਕੀਤੀ ਜਾਵੇ ਵੀ ਮੇਰੇ ਤੱਕ ਕਿਸੇ ਕੋਈ ਪਹੁੰਚੇ ਨਾ, ਲੋਕਾਂ ਦਾ ਕੰਮ ਹੋਣਾ ਚਾਹੀਦਾ। ਐਮਐਲਏਆਂ ਦੀ ਐਡੀ ਰਾਜਨੀਤੀ ਮਾੜੀ ਹੋ ਗਈ ਆ, ਇਹ ਕਹਿੰਦੇ ਥਾਣੇ ਤੋਂ ਪਹਿਲਾਂ ਮੇਰੇ ਕੋਲ ਆਉਣ ਤੇ ਮੇਰੀ ਲੱਤ ਥੱਲਿਓਂ ਲੰਘ ਕੇ ਫੇਰ ਥਾਣੇ ਜਾਣ ਤੇ ਮੈਂ ਫੋਨ ਕਰਾਂ ਤੇ ਫੇਰ ਕੰਮ ਹੋਵੇ। ਇਹੋ ਜੀ ਰਾਜਨੀਤੀ ਮਾੜੀ ਹੋ ਗਈ, ਆਪਦੀ ਲੱਤ ਥੱਲਿਓਂ ਲੰਘਾਉਣ ਡਏ ਆ ਜਿੰਨੇ ਵੀ ਐਮਐਲਏ ਆ। ਹਰ ਇੱਕ ਸਰਕਾਰ, ਪੰਜਾਬ ਸਰਕਾਰ 'ਚ ਸਾਡਾ ਬੇੜਾ ਗਰਕ ਹੋ ਗਿਆ। ਬੇਸ਼ੱਕ ਅਕਾਲੀਆਂ ਦੀ ਸਰਕਾਰ ਆ, ਵੀ ਕਾਂਗਰਸੀਆਂ ਦੀ ਜਾਂ ਬੀਜੇਪੀ ਦੀ, ਇਹ ਆਪਦੀ ਲੱਤ ਥੱਲਿਓਂ ਪਬਲਿਕ ਨੂੰ ਨਗਾ ਕੇ ਫੇਰ ਅਗਲੇ ਦਾ ਕੰਮ ਕਰਾਉਂਦੇ ਆ। ਪਹਿਲਾਂ ਆਪਦੇ ਦਫ਼ਤਰ 'ਚ ਸੱਦਦੇ ਆ, ਆਪਦੇ ਦਫ਼ਤਰ 'ਚ ਭੀੜ ਪਾਉਂਦੇ ਆ, ਲੋਕਾਂ ਨੂੰ ਮਜਬੂਰ ਕਰਦੇ ਆ, ਲੋਕ ਵਿਚਾਰੇ ਧੱਕੇ ਖਾਣ ਡੇ ਆ। ਪਰ ਇਹਨਾਂ ਦਾ ਫਰਜ਼ ਬਣਦਾ ਥਾਣੇ ਵਾਲੇ ਅਫਸਰ ਨੂੰ ਸੱਦ ਕੇ ਵੀ ਕੋਈ ਵੀ ਬੰਦਾ ਆਵੇ ਤੇ ਇਹਦਾ ਕੰਮ ਹੋਣਾ ਚਾਹੀਦਾ। ਇਹ ਨਹੀਂ ਵੀ ਸਾਡੇ ਦਫ਼ਤਰ ਤੱਕ ਆਉਣ ਦੀ ਨੌਬਤ ਨਹੀਂ ਕਿਸੇ ਨੂੰ ਹੋਣੀ ਚਾਹੀਦੀ। ਠੀਕ ਹੈ। ਇਹ ਸਨ ਮੇਜਰ ਸਿੰਘ ਗਿੱਲ, ਜਿਨ੍ਹਾਂ ਨੇ ਪ੍ਰਸ਼ਾਸਨ ਬਾਰੇ, ਸਿਆਸਤ ਬਾਰੇ ਆਪਣੇ ਵਿਚਾਰ ਰੱਖੇ। ਤੇ ਮੈਂ ਹਰਪਿੰਦਰ ਸਿੰਘ ਸੋਹਾ, ਟਾਈਮ ਨਿਊਜ਼ 24, ਕੈਮਰਾਮੈਨ ਦੇ ਨਾਲ ਤਰਨਤਾਰਨ।